ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ ਤੇ। ਤਾਂ ਬੱਚੇ ਫਿਰ ਤੋਂ ਆਪਾਂ ਆਪਣੇ ਕਰੰਟ ਅਫੇਅਰ ਦਾ ਡੇਲੀ ਕਰੰਟ ਅਫੇਅਰ ਸੈਸ਼ਨ ਜਿਹੜਾ ਉਹਨੂੰ ਆਪਾਂ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ। ਤਾਂ ਇਹਦੇ 'ਚ ਜਿੰਨੀਆਂ 3-4 ਆਪਾਂ ਰਿਪੋਰਟਸ ਦੀ ਗੱਲ ਕਰਾਂਗੇ ਜਿਹੜੀਆਂ ਕਿ ਨਿਊਜ਼ ਦੇ ਵਿੱਚ ਜਾਂ ਹੁਣ ਰੀਸੈਂਟ ਰਿਲੀਜ਼ ਕੀਤੀਆਂ ਗਈਆਂ। ਉਹ ਤੋਂ ਬਿਨਾਂ ਵੂਮਨ ਇਨ ਪਾਰਲੀਮੈਂਟ ਇਹਦੇ ਬਾਰੇ ਦੇਖਾਂਗੇ। ਉਸ ਤੋਂ ਬਿਨਾਂ RBI ਦੀ ਜਿਹੜੀ ਮੋਨਟਰੀ ਪਾਲਿਸੀ ਕਮੇਟੀ ਹੁੰਦੀ ਆ ਤੇ ਉਹਦੀ ਐਡੀਸ਼ਨਲੀ ਯਾਨੀ ਕਿ ਉਹ ਫੇਲ ਕਰ ਗਈ ਸੀ ਪਹਿਲਾਂ ਆਪਣੀਆਂ ਮੀਟਿੰਗਸ ਲਈ, ਤਾਂ ਉਹਦੀ ਦੁਬਾਰਾ ਤੋਂ ਮੀਟਿੰਗ ਐਡੀਸ਼ਨਲੀ ਜਾਂ ਮਤਲਬ ਕਿ ਜਿੰਨੀਆਂ ਮੀਟਿੰਗ ਹੁੰਦੀਆਂ ਉਹ ਤੋਂ ਬਿਨਾਂ ਸੈਪਰੇਟ ਰੱਖੀ ਗਈ ਆ। ਤਾਂ ਉਹਦਾ ਕਾਰਨ ਦੇਖਾਂਗੇ ਕਿ ਕੀ ਹੋਇਆ ਔਰ ਮੋਨਟਰੀ ਪਾਲਿਸੀ ਕਮੇਟੀ ਕੀ ਹੁੰਦੀ ਆ ਉਹਦੇ ਬਾਰੇ ਡਿਸਕਸ ਕਰਾਂਗੇ। ਉਸ ਤੋਂ ਬਿਨਾਂ RBI ਐਕਟ ਦਾ ਜਿਹੜਾ ਸੈਕਸ਼ਨ 45ZN ਬਹੁਤ ਹੀ ਨਿਊਜ਼ ਦੇ ਵਿੱਚ ਚੱਲ ਰਿਹਾ, ਤਾਂ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਪਲੱਸ MPC ਦੇ ਰਿਗਾਰਡਿੰਗ ਜਿਹੜੇ ਵੀ UPSC ਦੁਆਰਾ ਪੁਰਾਣੇ MCQ ਪੁੱਛੇ ਗਏ ਹੋਣਗੇ ਤਾਂ ਉਹਨਾਂ ਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਉਸ ਤੋਂ ਬਿਨਾਂ ਬਾਕੀ ਜਿਹੜੇ ਬੱਚੇ ਚੈਨਲ ਤੇ ਨਵੇਂ ਆ ਬੱਚੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੈਨ ਚੈਨਲ ਨੂੰ ਸਬਸਕ੍ਰਾਈਬ ਕਰੋ। UPSC PPSC SSC PSSB ਚਾਹੇ ਕਿਸੇ ਵੀ ਤੁਸੀਂ ਸਟੇਟ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ, ਜਿਹੜੇ ਆਪਾਂ ਕਰੰਟ ਕਰ ਰਹੇ ਹਾਂ ਬੱਚੇ ਆਪਾਂ ਬੇਸਿਕਲੀ UPSC ਨੂੰ ਟਾਰਗੇਟ ਕਰਕੇ ਹੀ ਕਰ ਰਹੇ ਹਾਂ, ਕਿਉਂਕਿ ਆਪਾਂ ਐਨਾਲਿਸਿਸ ਦੇ ਦੁਆਰਾ ਕਿਸੇ ਵੀ ਟੌਪਿਕ ਨੂੰ ਦੇਖਦੇ ਹਾਂ। ਸਭ ਤੋਂ ਪਹਿਲਾਂ ਬੱਚੇ ਦੇਖੋ ਛਠ ਪੂਜਾ ਹੁੰਦੀ ਹੈ ਜਿਹੜੀ, ਜਿਵੇਂ ਆਪਾਂ ਪੰਜਾਬੀ 'ਚ 8ਵੇਂ 9ਵੇਂ 10ਵੀਂ ਕਹਿੰਦੇ ਆ ਨਾ, ਇਸ ਤਰ੍ਹਾਂ ਐਵੇਂ ਮਤਲਬ ਕਿ ਛਠ ਪੂਜਾ ਹੁੰਦੀ ਆ 7 ਤੋਂ ਇੱਕ ਦਿਨ ਪਹਿਲਾਂ। ਤਾਂ ਇਹ ਦੀਵਾਲੀ ਤੋਂ ਵੈਸੇ ਤਾਂ ਇਹ ਦੇਖੋ ਤੁਸੀਂ 28 ਅਕਤੂਬਰ ਨੂੰ ਮਤਲਬ ਸੈਲੀਬ੍ਰੇਟ ਹੋਈ ਆ। ਛਠ ਪੂਜਾ ਸੈਲੀਬ੍ਰੇਟਡ ਫॉर 4 ਡੇਜ਼ ਆਫਟਰ ਦੀਵਾਲੀ। ਤਾਂ ਦੀਵਾਲੀ 24 ਦੀ ਸੀ, 24 ਤੋਂ 4 ਦਿਨ ਬਾਅਦ ਅਕਤੂਬਰ 28 ਨੂੰ ਇਹ ਵਾਲੀ ਪੂਜਾ ਜਿਹੜੀ ਉਹ ਸੈਲੀਬ੍ਰੇਟ ਕੀਤੀ ਗਈ ਆ। ਤਾਂ ਸਟੇਟਮੈਂਟ ਦੇ ਵਿੱਚ ਆ ਸਕਦਾ ਵੀ ਇਹੋ ਜਿਹੀਆਂ ਕਿਹੜੀ ਜਗ੍ਹਾ ਨੇ ਜਾਂ ਕਿਹੜੀ ਸਟੇਟ ਨੇ ਜਿੱਥੇ ਇਹ ਬਹੁਤ ਹੀ ਧੂਮਧਾਮ ਦੇ ਨਾਲ ਮਨਾਈ ਜਾਂਦੀ ਆ। ਸੋ ਬਿਹਾਰ, UP ਐਂਡ ਝਾਰਖੰਡ ਔਰ ਇੱਕ ਆਊਟ ਆਫ ਕੰਟਰੀ ਯਾਨੀ ਕਿ ਨੇਪਾਲ। ਤਾਂ ਇੱਥੇ ਜਿਹੜੇ ਭਗਤ ਨੇ ਉਹ ਪਾਣੀ ਦੀਆਂ ਬੋਡੀਜ਼ ਯਾਨੀ ਕਿ ਲੇਕ ਵਗੈਰਾ ਦੇ ਉੱਤੇ ਇਕੱਠੇ ਹੁੰਦੇ ਆ, ਤਾਂ ਉੱਥੇ ਫਿਰ ਇਹਨੂੰ ਮਤਲਬ ਕਿ ਪੂਜਾ ਕੀਤੀ ਜਾਂਦੀ ਆ। ਬੇਸਿਕਲੀ ਇਹ ਕਿਹਦੇ ਨਾਲ ਰਿਲੇਟਡ ਆ? ਸਨ ਗੋਡ ਨੂੰ ਮੰਨਦੇ ਆ, ਇਹ ਸਨ ਦੀ ਪੂਜਾ ਕਰਦੇ ਆ ਔਰ ਉਹਦੀ ਵਾਈਫ ਊਸ਼ਾ ਦੇ ਨਾਲ ਰਿਲੇਟਡ ਆ ਇਹ। ਤਾਂ ਉਹਦਾ ਥੈਂਕ ਕਰਦੇ ਆ, ਇਹ ਹਿੰਦੂ ਫੈਸਟੀਵਲ ਆ ਵੈਸੇ ਤਾਂ ਬੇਸਿਕਲੀ। ਤਾਂ ਇਹਨਾਂ ਦੀ ਪੂਜਾ ਕੀਤੀ ਜਾਂਦੀ ਆ। ਤਾਂ ਬੱਚੇ ਇਹਨੂੰ ਵੀ ਇੱਥੋਂ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ। ਬਾਕੀ ਇਹ ਕਦੋਂ ਹੁੰਦੀ ਆ? 6th ਡੇ ਆਫ ਦਾ ਕਾਰਤਿਕ ਮੰਥ, ਜਿਹੜਾ ਕਾਰਤਿਕ ਮੰਥ ਜਾਂ ਕੱਤਕ ਮੰਥ ਕਹਿੰਦੇ ਆਪਾਂ, ਕੱਤਕ ਮਹੀਨਾ, ਤਾਂ ਉਦੋਂ ਹੁੰਦੀ ਹੈ ਹਿੰਦੂ ਕੈਲੰਡਰ ਦੇ ਅਕੋਰਡਿੰਗ। ਠੀਕ ਆ, ਤਾਂ ਬਿਕਰਮ ਸੰਮਤ ਕੈਲੰਡਰ ਆ ਜਿਹੜਾ ਤਾਂ ਉਹਦੇ ਰਿਗਾਰਡਿੰਗ ਹੁੰਦੀ ਆ। ਤਾਂ ਬੱਚੇ ਇੱਕ ਨਾ ਆਪਣੇ ਜਿਹੜਾ ਸੰਮਤ ਆਪਣਾ ਨੈਸ਼ਨਲ ਸੰਮਤ ਆ, ਤੇ ਉਹ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਆਈ ਥਿੰਕ ਪਰਸੋਂ ਵਾਲੀ ਹੋਣੀ ਉਹਦੇ ਕਰੰਟ ਦੇ ਵਿੱਚ ਆਪਾਂ ਕਰਵਾਇਆ ਸੀ। ਸੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਆਪਣੇ ਇੰਡੀਆ ਦਾ ਨੈਸ਼ਨਲ ਸੰਮਤ ਕਿਹੜਾ ਹੈਗਾ ਔਰ ਕਿਸ ਦੇ ਦੁਆਰਾ ਉਹ ਚਲਵਾਇਆ ਗਿਆ ਸੀਗਾ। ਬਾਕੀ ਜੇ ਦੀ ਗੱਲ ਕਰੀਏ ਤਾਂ ਇਹ ਰਾਮਾਇਣ ਐਂਡ ਮਹਾਭਾਰਤ ਦੋ ਆਪਣੇ ਮਹਾਨ ਐਪਿਕਸ ਨੇ ਯਾਨੀ ਕਿ ਗ੍ਰੰਥ ਨੇ। ਤਾਂ ਇਹਨਾਂ ਦੋਨਾਂ ਦੇ ਵਿੱਚ ਇਹਦਾ ਜਿਹੜਾ ਮੈਂਸ਼ਨ ਕੀਤਾ ਗਿਆ। ਤਾਂ ਰਾਮਾਇਣ ਦੇ ਵਿੱਚ ਇਹ ਹੈ ਕਿ ਮਾਤਾ ਸੀਤਾ ਨੇ ਇਹ ਪੂਜਾ ਕੀਤੀ ਸੀਗੀ ਜਦੋਂ ਰਾਮ ਰਾਜ ਦਾ ਐਸਟੈਬਲਿਸ਼ਮੈਂਟ ਹੋਇਆ ਸੀ। ਉਸ ਤੋਂ ਬਿਨਾਂ ਮਹਾਭਾਰਤ ਦੇ ਵਿੱਚ ਇਹੀ ਪੂਜਾ ਮਾਤਾ ਕੁੰਤੀ ਦੁਆਰਾ, ਜਿਹੜੀ ਕਿ ਪਾਂਡਵਾਂ ਦੀ ਮਾਤਾ ਸੀ, ਉਹਨਾਂ ਦੇ ਦੁਆਰਾ ਵੀ ਕੀਤੀ ਗਈ ਸੀ ਗੰਗਾ ਦੇ ਕਿਨਾਰੇ ਉੱਤੇ। ਤਾਂ ਬੱਚੇ ਇੱਥੋਂ ਲੈ ਕੇ ਤੁਸੀਂ ਛਠ ਪੂਜਾ ਨੂੰ ਲੈ ਕੇ ਧਿਆਨ 'ਚ ਰੱਖ ਸਕਦੇ ਹੋ। ਅਦਰਵਾਈਜ਼ ਨਿਊਜ਼ੀਲੈਂਡ, ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਪੋਲਿਟੀ ਦੇ ਰਿਗਾਰਡਿੰਗ। ਤਾਂ ਇਹਦੇ 'ਚੋਂ ਨਾਲੇ ਤੁਹਾਡੀ ਸਟੈਟਿਕ ਔਰ ਤੁਹਾਡਾ ਕਰੰਟ ਵੀ ਆ ਜਿਹੜਾ ਉਹ ਕਵਰ ਹੁੰਦਾ ਜਾਊਗਾ ਨਾਲ ਦੀ ਨਾਲ। ਤਾਂ ਬੱਚੇ ਦੇਖੋ ਨਿਊਜ਼ੀਲੈਂਡ ਵੂਮਨ ਲਾਅ ਮੇਕਰ ਆਊਟ ਨੰਬਰ ਮੈਨ ਫॉर द ਫਸਟ ਟਾਈਮ ਇਤਿਹਾਸ ਦੇ ਵਿੱਚ ਹੋਇਆ ਕਿ ਨਿਊਜ਼ੀਲੈਂਡ ਦੇ ਵਿੱਚ ਮੈਨਸ ਨੂੰ ਮਤਲਬ ਕਿ ਆਦਮੀਆਂ ਤੋਂ ਜ਼ਿਆਦਾ ਔਰਤਾਂ ਦੀ ਗਿਣਤੀ ਹੋ ਗਈ ਸੰਸਦ ਦੇ ਵਿੱਚ। ਠੀਕ ਆ, ਤਾਂ ਇਹਦੇ ਬਾਰੇ ਜਿਹੜੇ ਫੈਕਟ ਨੇ ਪਹਿਲਾਂ ਤਾਂ ਆਪਾਂ ਦੇਖ ਲੈਂਦੇ ਹਾਂ ਬੱਚੇ ਉਹਨਾਂ ਦੇ ਰਿਗਾਰਡਿੰਗ ਕੀ ਨਿਊਜ਼ ਦੇ ਵਿੱਚ ਰਿਹਾ ਸੀਗਾ। ਬਿਕੋਜ਼ ਤੁਸੀਂ UPSC PPSC ਕਰੋਗੇ ਤਾਂ ਇੰਟਰਨੈਸ਼ਨਲ ਤੁਹਾਨੂੰ ਪੁੱਛੇ ਹੀ ਜਾ ਸਕਦੇ ਆ। ਤਾਂ ਰੀਸੈਂਟਲੀ ਫਸਟ ਟਾਈਮ ਇਨ ਨਿਊਜ਼ੀਲੈਂਡ ਹਿਸਟਰੀ, ਤਾਂ ਉੱਥੇ ਪਹਿਲੀ ਵਾਰ ਹੋਇਆ ਕਿ 60 ਵੂਮਨ ਨੇ 59 ਓਨਲੀ ਮੈਨ ਰਹਿ ਗਏ। ਤਾਂ ਇੱਕ ਵੱਧ ਹੋ ਗਿਆ ਨਾ। ਤਾਂ ਜੇ ਗਲੋਬਲੀ ਗੱਲ ਕਰੀਏ ਤਾਂ ਬੱਚੇ ਆਹ ਫੈਕਟ ਬਣਦਾ ਇੰਪੋਰਟੈਂਟ। ਤਾਂ 26% ਲਾਅ ਮੇਕਰ ਨੇ ਜਿਹੜੇ ਉਹ ਵੂਮਨ ਨੇ। ਤਾਂ ਨਿਊਜ਼ੀਲੈਂਡ ਹੈਜ਼ ਅ ਹਿਸਟਰੀ ਆਫ ਸਟਰੋਂਗ ਫੀਮੇਲ ਰਿਪਰੈਜ਼ੈਂਟੇਸ਼ਨ। 1893 ਦੇ ਵਿੱਚ ਗੱਲ ਕਰੀਏ ਤਾਂ ਬਿਕਮ ਫਸਟ ਨੇਸ਼ਨ ਟੂ ਅਲਾਓ ਵੂਮਨ ਟੂ ਵੋਟ। ਤਾਂ ਮਤਲਬ ਇਹਨਾਂ ਨੇ 1893 ਦੇ ਵਿੱਚ ਫਸਟ ਨੇਸ਼ਨ ਸੀਗਾ ਜਿਹਨੇ ਵੂਮਨ ਨੂੰ ਵੋਟ ਦਾ ਰਾਈਟ ਦਿੱਤਾ। ਫਸਟ ਵੂਮਨ ਟੂ ਬਿਕਮ MP ਨਿਊਜ਼ੀਲੈਂਡ ਐਲਿਜ਼ਾਬੈਥ ਮੈਕਕੋਮਸ 1933 ਦੇ ਵਿੱਚ ਬਣੀ ਸੀ। ਹਾਲਾਂਕਿ 1919 ਤੱਕ ਇਹਨਾਂ ਦੇ ਕੋਈ ਇਹੋ ਜਿਹਾ ਹੈ ਨਹੀਂ ਸੀਗਾ ਬੱਚੇ, ਬਟ ਫਿਰ ਵੀ ਬਣ ਨਹੀਂ ਸਕਦੇ ਸੀ ਇਹ। ਠੀਕ ਆ, ਜਿਹੜੇ ਵੀ ਆਪਣੇ ਹੁੰਦੇ ਆ MP ਵਗੈਰਾ, ਤੇ ਇਹ 1933 ਦੇ ਵਿੱਚ ਬਣੀ ਸੀਗੀ। ਠੀਕ ਆ, ਨਾਲੇ ਤਾਂ ਹੁਣ ਦੇਖੋ ਉੱਥੇ ਪ੍ਰਾਈਮ ਮਿਨਿਸਟਰ ਔਰ ਉੱਥੋਂ ਦੇ ਚੀਫ ਜਸਟਿਸ ਵੀ ਈਵਨ ਵੂਮਨ ਨੇ। ਤਾਂ ਬੱਚੇ ਇਹ ਵੀ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਉਸ ਤੋਂ ਬਾਅਦ ਹੁਣ ਜੇ ਆਪਾਂ ਇੰਡੀਆ ਦੇ ਰਿਸਪੈਕਟ ਦੇ ਵਿੱਚ ਗੱਲ ਕਰੀਏ, ਜਿਹੜਾ ਕਿ ਆਪਣੇ ਲਈ ਹਰ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਹੋ ਜਾਂਦਾ, ਸੋ ਇਹਨੂੰ ਤੁਸੀਂ ਨੋਟ ਕਰ ਲਿਓ।
ਤਾਂ ਬੱਚੇ ਦੇਖੋ ਵੂਮਨ ਕੰਪਰਾਈਜ਼ਡ ਓਨਲੀ 4.4% ਆਫ ਦਾ ਫਸਟ ਲੋਕ ਸਭਾ। ਤਾਂ ਫਸਟ ਲੋਕ ਸਭਾ ਆਪਣੀ 1952 ਤੋਂ ਲੈ ਕੇ ਸਟਾਰਟ ਹੁੰਦੀ ਆ, ਕਿਉਂਕਿ 1951 'ਚ ਵੋਟਾਂ ਸਟਾਰਟ ਹੋਈਆਂ ਸੀ ਅਤੇ 52 'ਚ ਜਾ ਕੇ ਖਤਮ ਹੋ ਗਈਆਂ ਸੀ। ਠੀਕ ਆ, ਤਾਂ ਉਦੋਂ 'ਚ ਹੁੰਦਾ ਮਤਲਬ ਕਿ 2014 ਦੀ ਲੋਕ ਸਭਾ ਤੱਕ ਤਕਰੀਬਨ 12.15% ਤੱਕ ਅਸੀਂ ਪਹੁੰਚ ਗਏ। ਹੁਣ ਜੇ ਆਪਾਂ ਗੱਲ ਕਰੀਏ ਵੀ ਟੋਟਲ ਨੰਬਰ ਆਫ ਵੂਮਨ ਇਨ ਪ੍ਰੈਜ਼ੈਂਟ ਰਾਜ ਸਭਾ ਕਿੰਨੇ ਆ, 24 ਨੇ, ਅਤੇ ਟੋਟਲ ਕਿੰਨੇ ਨੇ 224 ਮੈਂਬਰ। ਠੀਕ ਆ, ਤਾਂ 224 ਮੈਂਬਰ 'ਚੋਂ ਰਾਜ ਸਭਾ ਦੇ ਵਿੱਚ ਕਿੰਨੇ ਨੇ, ਤਾਂ ਟੋਟਲ ਨੰਬਰ ਆਫ ਵੂਮਨ ਪ੍ਰੈਜ਼ੈਂਟ ਇਨ ਲੋਕ ਸਭਾ 78, ਜਦ ਕਿ ਟੋਟਲ ਕਿੰਨੇ ਨੇ ਇੱਥੇ 540-200। ਇੱਥੋਂ ਇਹ ਚੀਜ਼ ਤੁਹਾਨੂੰ ਕਲੀਅਰ ਆ। ਉਸ ਤੋਂ ਬਿਨਾਂ ਬੱਚੇ ਦੇਖੋ ਅਕੋਰਡਿੰਗ ਟੂ ਇੰਟਰ ਪਾਰਲੀਮੈਂਟਰੀ ਯੂਨੀਅਨ ਸਟੱਡੀ ਇੰਡੀਆ ਰੈਂਕ 149th ਆਊਟ ਆਫ 193 ਕੰਟਰੀਜ਼ ਇਨ ਟਰਮਸ ਆਫ ਫੀਮੇਲ ਰਿਪਰੈਜ਼ੈਂਟੇਸ਼ਨ ਇਨ ਦਾ ਲੋਅਰ ਔਰ ਸਿੰਗਲ ਹਾਊਸ ਆਫ ਪਾਰਲੀਮੈਂਟ। ਬਾਕੀ ਬੱਚੇ ਆਪਣੀ ਇੱਕ ਜੈਂਡਰ ਗੈਪ ਰਿਪੋਰਟ ਆ ਜਿਹੜੀ 2022 ਦੀ, ਤਾਂ ਉਹਦੇ ਰੈਂਕ ਦੇਖ ਲਓ ਤੁਸੀਂ। ਤਾਂ ਇੰਡੀਆ ਦੀ ਕਿੰਨੀ ਹੈ 135 ਰੈਂਕ ਆ, ਬੰਗਲਾਦੇਸ਼ ਦੀ 71, ਅਤੇ ਚਾਈਨਾ ਦੀ 102, ਸ੍ਰੀਲੰਕਾ 111, ਪਾਕਿਸਤਾਨ 145, ਅਫਗਾਨਿਸਤਾਨ 146। ਠੀਕ ਆ, ਤਾਂ ਇਹ ਨੇ ਬੱਚੇ, ਇਹਨਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੀ ਮਤਲਬ ਕਿ ਖਰਾਬ 11 ਦੇ ਵਿੱਚ ਆਪਣਾ ਇੰਡੀਆ ਵੀ ਆ ਰਿਹਾ। ਵੈਸੇ ਆਪਾਂ ਨੂੰ ਇਹਨੂੰ ਇੰਪਰੂਵ ਕਰਨ ਦੀ ਕਾਫੀ ਜ਼ਿਆਦਾ ਲੋੜ ਆ। ਅਤੇ ਜੈਂਡਰ ਗੈਪ ਰਿਪੋਰਟ ਤਾਂ ਬੱਚੇ ਇਹ ਵੀ ਬੇਸਿਕਲੀ ਤੁਹਾਨੂੰ ਕਲੀਅਰ ਹੋਗੀ। ਉਸ ਤੋਂ ਬਿਨਾਂ ਮਿਨਿਸਟਰੀ ਆਫ ਪਾਰਲੀਮੈਂਟ ਅਫੇਅਰਸ ਦਾ ਡੇਟਾ ਗਾ ਇਹ ਬੱਚੇ, ਇਹਨੂੰ ਤੁਸੀਂ ਦੇਖ ਸਕਦੇ ਹੋ। ਤਾਂ ਇਹਨਾਂ ਨੇ ਕਿਹਾ ਵੀ ਮਤਲਬ ਕਿ 78 ਨੇ ਕਿਹਦੇ 'ਚ ਲੋਕ ਸਭਾ, ਔਰ ਰਾਜ ਸਭਾ ਦੇ ਵਿੱਚ ਜੇ ਆਪਾਂ ਦੇਖੀਏ ਤਾਂ 24 ਨੇ, ਟੋਟਲ 102 ਫੀਮੇਲ ਮੈਂਬਰਸ ਨੇ। ਠੀਕ ਆ, ਇਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਦੇਖੋ 6 ਨੇ ਜਿਹੜੇ ਵੂਮਨ ਉਹ ਮਿਨਿਸਟਰੀਅਲ ਪੋਜੀਸ਼ਨ 'ਤੇ ਨੇ, ਯਾਨੀ ਕਿ ਜਿਹੜੇ ਮੰਤਰੀ, ਜਿਵੇਂ ਕਿ ਨਿਰਮਲਾ ਸੀਤਾਰਮਨ ਜੀ ਹੋ ਗਏ ਆਪਣੇ ਵਿੱਤ ਮੰਤਰੀ ਨੇ, ਔਰ ਕੋਆਪਰੇਟਿਵ ਅਫੇਅਰਸ ਦੇ ਨੇ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਫੂਡ ਪ੍ਰੋਸੈਸਿੰਗ ਦੇ ਨੇ। ਠੀਕ ਆ, ਈਰਾਨੀ ਜੀ ਨੇ ਜਿਹੜੇ ਸ਼੍ਰੀਮਤੀ ਸਮ੍ਰਿਤੀ ਈਰਾਨੀ ਜੀ ਨੇ ਮਿਨਿਸਟਰ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਨੇ, ਔਰ ਮਿਨਿਸਟਰ ਆਫ ਟੈਕਸਟਾਈਲ ਨੇ। ਇਹ ਤੋਂ ਬਿਨਾਂ ਬੱਚੇ ਜਿਹੜੇ ਇੱਕ ਚੌਧਰੀ ਜੀ ਨੇ, ਉਹਨਾਂ ਨੂੰ ਵੀ ਆਪਾਂ ਮਿਨਿਸਟਰੀ ਆਫ ਵੂਮਨ ਐਂਡ ਚਾਈਲਡ ਡਿਵੈਲਪਮੈਂਟ ਕਹਿੰਦੇ ਆ, ਬਟ ਉਹ ਆਫ ਸਟੇਟ ਆ। ਠੀਕ ਆ, ਤਾਂ ਇੱਥੋਂ ਤੁਸੀਂ ਕਨਫਿਊਜ਼ ਨਹੀਂ ਹੋਣਾ ਹੈਗਾ। ਬਾਕੀ ਬੱਚੇ ਆਹ ਇੰਪੋਰਟੈਂਟ ਫੈਕਟ ਆ ਤੁਹਾਡਾ ਪੋਲਿਟੀ ਨੂੰ ਲੈ ਕੇ, ਸਟੇਟਮੈਂਟ ਬਣਨ ਦੇ ਵਿੱਚ ਬਹੁਤ ਚਾਂਸ ਹੁੰਦੇ ਆ ਇਹੋ ਜਿਹੇ ਪੁਆਇੰਟ ਦੇ। ਦੇਖੋ ਸੀਟਸ ਆਰ ਨੋਟ ਰਿਜ਼ਰਵਡ ਫॉर ਫੀਮੇਲ ਐਂਡ ਮੇਲਸ ਇਨ ਆ ਪਾਰਲੀਮੈਂਟ। ਆਪਣੇ ਸੀਟਾਂ ਰਿਜ਼ਰਵ ਨਹੀਂ ਹੈਗੀਆਂ, ਠੀਕ ਆ, ਮੇਲ ਤੇ ਫੀਮੇਲ ਦੇ ਲਈ। ਪ੍ਰੈਜ਼ੈਂਟ ਲੋਕ ਸਭਾ ਹੈਜ਼ ਟੋਟਲ ਆਫ 542 ਮੈਂਬਰ, ਇਹ ਮੈਂ ਤੁਹਾਨੂੰ ਦੱਸ ਚੁੱਕਿਆ। ਆਊਟ ਆਫ ਵਿੱਚ 78 ਆਰ ਫੀਮੇਲ ਮੈਂਬਰ। ਪ੍ਰੈਜ਼ੈਂਟ ਰਾਜ ਸਭਾ ਮਤਲਬ ਕਿ 224 ਮੈਂਬਰ, ਅਤੇ ਇਹਦੇ ਵਿੱਚੋਂ 24 ਨੇ ਜਿਹੜੀਆਂ ਫੀਮੇਲ ਮੈਂਬਰ ਨੇ। ਡਨ, ਤਾਂ ਬੱਚੇ ਇਹਨੂੰ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਆਪਾਂ ਹੁਣ ਜੇ ਗੱਲ ਕਰੀਏ ਚਲੋ ਬੱਚੇ ਇੱਥੇ ਦੇਖੋ ਸਾਈਡ 'ਤੇ। ਹੁਣ ਜੇ ਆਪਾਂ ਗੱਲ ਕਰੀਏ ਕਿ ਇਹਦੇ ਲਈ ਇਹਨਾਂ ਨੂੰ ਇੰਪਰੂਵ ਕਰਨ ਦੇ ਲਈ ਮਤਲਬ ਕਿ ਕੀ ਕੋਈ ਆਪਣੇ ਪ੍ਰੋਵੀਜ਼ਨ ਹੈਗੇ ਆ। ਦੇਖੋ ਬੱਚੇ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ, ਇੱਕ ਤਾਂ ਹੋਈ ਸੀ 73ਵੀਂ ਪੰਚਾਇਤੀ ਰਾਜ ਐਕਟ ਦੇ ਵਿੱਚ, ਇਹ ਮੈਂ ਤੁਹਾਨੂੰ ਪੜ੍ਹਾਈ ਵੀ ਆ। 73ਵੀਂ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੁੰਦੀ ਆ। ਇੱਕ ਨਾੜੀ 74ਵੀਂ ਜਿਹੜੀ ਕਿ ਸ਼ਹਿਰਾਂ ਦੀ ਮਿਊਨਿਸਪੈਲਿਟੀ ਲਈ ਹੁੰਦੀ ਆ, ਅਤੇ ਆਹ ਵਾਲੀ ਗ੍ਰਾਮ ਪੰਚਾਇਤ ਲਈ ਹੁੰਦੀ ਆ। ਤਾਂ ਇਹਨਾਂ ਦੇ ਵਿੱਚ ਵੀ ਵੂਮਨ ਦੀ ਰਿਜ਼ਰਵੇਸ਼ਨ ਦੇ ਬਾਰੇ ਗੱਲ ਕੀਤੀ ਗਈ ਸੀ ਕਿ ਇੰਨੇ ਉਹਨਾਂ ਨੂੰ ਚੁਣਨਾ ਜ਼ਰੂਰੀ ਆ। ਉਸ ਤੋਂ ਬਾਅਦ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟ 14 ਜਿਹੜਾ ਕਿ ਰਾਈਟ ਟੂ ਇਕੁਅਲਟੀ ਦੀ ਗੱਲ ਕਰਦਾ, ਤਾਂ ਇਹਦੇ ਅਕੋਰਡਿੰਗਲੀ ਵੀ ਮਤਲਬ ਕਿ ਇਹਨਾਂ ਨੂੰ ਬਰਾਬਰ ਦਾ ਦਰਜਾ ਮਿਲ ਸਕਦਾ। ਆਰਟੀਕਲ 46 ਜਿਹੜਾ ਕਿ ਆਪਣਾ DPSP ਦੇ ਅਧੀਨ ਆਉਂਦਾ, ਤਾਂ ਇਹਦੇ ਵਿੱਚ ਇਹ ਹੈ ਵੀ ਰਾਜ ਦੀ ਡਿਊਟੀ ਹੁੰਦੀ ਹੈ ਕਿ ਪ੍ਰੋਟੈਕਟ ਕਰੇ ਵੀਕਰ ਸੈਕਸ਼ਨ ਨੂੰ। ਬਿਕੋਜ਼ ਹੁਣ ਜੇ ਮੈਨ ਦੇ ਰਿਸਪੈਕਟ ਦੇ ਵਿੱਚ ਦੇਖੀਏ ਤਾਂ ਵੂਮਨ ਦੀ ਗਿਣਤੀ ਹੈ ਜਿਹੜੀ ਕਾਫੀ ਜ਼ਿਆਦਾ ਸਟਰੈਂਥ ਘੱਟ ਆਉਂਦੀ ਆ, ਸੋ ਉਹਨਾਂ ਨੂੰ ਪ੍ਰੋਟੈਕਟ ਕਰਨਾ ਇੱਕ ਰਾਜ ਦੀ ਡਿਊਟੀ ਹੁੰਦੀ ਆ। ਠੀਕ ਆ, ਤਾਂ ਬੱਚੇ ਹੁਣ ਜੇ ਆਪਾਂ ਗੱਲ ਕਰੀਏ, ਇੱਕ ਬਿੱਲ ਰੱਖਿਆ ਗਿਆ ਸੀ, ਇੱਕ ਬਿੱਲ ਇੰਟਰੋਡਿਊਸ ਕੀਤਾ ਗਿਆ ਸੀਗਾ ਵੂਮਨਸ ਰਿਜ਼ਰਵੇਸ਼ਨ ਬਿੱਲ 2008। ਠੀਕ ਆ, ਤਾਂ ਇਹ 108ਵੀਂ ਅਮੈਂਡਮੈਂਟ ਸੀਗੀ ਇਹ। ਤਾਂ ਇਹ ਰੱਖਿਆ ਗਿਆ ਸੀ ਵੀ 33% ਲੋਕ ਸਭਾ ਦੇ ਵਿੱਚ ਰਿਜ਼ਰਵੇਸ਼ਨ ਆ ਜਿਹੜੀ ਉਹ ਹੋਵੇ। ਬਾਕੀ ਬੱਚੇ ਜੇ ਹੁਣ ਆਪਾਂ ਦੇਖੀਏ, ਇਹ ਚੀਜ਼ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਗਾ, ਸੀਟਾਂ ਰਿਜ਼ਰਵ ਹੈ ਨਹੀਂ ਗੀਆਂ ਆਪਣੇ। ਜਿਹੜੇ ਆਪਣੇ ਕਿੰਨੀਆਂ ਵੂਮਨ ਨੇ, 6 ਵੂਮਨ ਨੇ ਜਿਹੜੀਆਂ ਕਿ ਮਿਨਿਸਟਰੀਅਲ ਲੈਵਲ ਦੇ ਉੱਤੇ ਹੈਗੀਆਂ ਨੇ। ਠੀਕ ਆ, ਚਲੋ ਹੁਣ ਆਪਾਂ ਬੱਚੇ ਅੱਗੇ ਦੇਖਦੇ ਹਾਂ। ਤਾਂ 17ਵੀਂ ਲੋਕ ਸਭਾ ਸੀ ਜਿਹੜੀ, ਉਹਦੇ 'ਚ ਹਾਈਐਸਟ ਪ੍ਰਪੋਰਸ਼ਨ ਸੀਗਾ ਵੂਮਨ ਦਾ, ਇਹਨੂੰ ਵੀ ਯਾਦ ਰੱਖਣਾ। ਬਾਕੀ ਇੰਟਰਨੈਸ਼ਨਲ ਐਨੀਮੇਸ਼ਨ ਡੇ 2022, ਬਸ ਬੱਚੇ ਕੁਛ ਨਹੀਂ ਇਹਦੇ 'ਚ ਯਾਦ ਕਰਨਾ, 28 ਅਕਤੂਬਰ ਨੂੰ ਇਹ ਵੀ ਹੁੰਦਾ। ਠੀਕ ਆ, ਅਤੇ ਕਿਹਦੇ ਦੁਆਰਾ ਸਟਾਰਟ ਕੀਤਾ ਗਿਆ ਸੀ, ਆਸਫਾ ਦੇ ਦੁਆਰਾ, ਅਤੇ ਇਹਦੀ ਫੁੱਲ ਫੋਮ ਹੈਗੀ ਇੰਟਰਨੈਸ਼ਨਲ ਐਨੀਮੇਟਡ ਫਿਲਮ ਐਸੋਸੀਏਸ਼ਨ। ਤਾਂ ਇਹਦੇ ਦੁਆਰਾ ਡਿਕਲੇਅਰ ਕੀਤਾ ਗਿਆ ਸੀ IAD ਇੰਟਰਨੈਸ਼ਨਲ ਐਨੀਮੇਸ਼ਨ ਡੇ। ਡਨ,
ਤਾਂ ਇਹਦੇ ਬਾਰੇ ਬੱਚੇ ਕੀ ਆ, IAD ਵਾज ਸਟਾਰਟਡ ਬਾय ਅਸਿਫਾ ਐਨ ਇੰਡੀਵਿਜੂਅਲ ਫਰੋਮ ਯੂਨੈਸਕੋ। ਤਾਂ ਇਹਦੇ ਪ੍ਰੈਜ਼ੀਡੈਂਟ ਦਾ ਨਾਮ ਦੇਖ ਸਕਦੇ ਹੋ ਤੁਸੀਂ, ਇਹਦੇ ਫਾਊਂਡਰ ਦੇਖ ਸਕਦੇ ਹੋ ਜੋਹਨ, ਔਰ 1960 ਦੇ ਵਿੱਚ ਇਹ ਕਿੱਥੇ ਫਰਾਂਸ ਦੇ ਵਿੱਚ ਇਹਦੀ ਇਸਟੈਬਲਿਸ਼ਮੈਂਟ ਹੋਈ ਸੀ। ਤਾਂ ਜੇ ਹੁਣ ਆਪਾਂ ਵਨ ਲਾਈਨਰ ਦੀ ਗੱਲ ਕਰੀਏ ਤਾਂ ਯੂਨਾਈਟਿਡ ਸਟੇਟਸ ਨੇ ਐਲਿਜ਼ਾਬੈਥ ਜੋਨਸ ਨੂੰ ਆਪਣੇ ਨਿਊ ਦਿੱਲੀ ਐਮਬੈਸੀ ਦੇ ਵਿੱਚ ਆਪਣੇ ਵੱਲੋਂ ਅਪੁਆਇੰਟ ਕੀਤਾ, ਤੇ ਇੰਡੀਅਨ ਨੇਵੀ ਐਂਡ ਡਰੋਨ ਫੈਡਰੇਸ਼ਨ ਨੇ ਟਾਈ ਅਪ ਕੀਤਾ ਪ੍ਰਮੋਟ ਇੰਡੀਜੀਨੀਅਸ ਡਰੋਨ ਟੈਕਨੋਲੋਜੀ ਦੇ ਲਈ। ਔਰ ਸੌਰਿਆ ਦਿਵਸ ਸੈਲੀਬ੍ਰੇਟਡ ਕਿੱਥੇ ਕੀਤਾ ਗਿਆ, ਆਪਣਾ ਸ੍ਰੀਨਗਰ ਦੇ ਵਿੱਚ। ਗੁਜਰਾਤ ਅਚੀਵ 100% ਹਾਊਸ ਹੋਲਡ ਟੈਪ ਕਨੈਕਸ਼ਨ ਅੰਡਰ ਜਲ ਜੀਵਨ ਮਿਸ਼ਨ। ਬੱਚੇ ਦੇਖੋ, ਹਰ ਘਰ ਜਲ ਇੱਕ ਮਿਸ਼ਨ ਆ ਸਰਕਾਰ ਦਾ, ਹਰ ਘਰ ਜਲ। ਤਾਂ ਇਹਦੇ ਅਕੋਰਡਿੰਗਲੀ 2024 ਤੱਕ ਹਰ ਘਰ ਪ੍ਰਤੀ ਵਿਅਕਤੀ 55 ਲੀਟਰ ਦਿਨ ਦਾ ਪਾਣੀ ਪ੍ਰੋਵਾਈਡ ਕਰਵਾਉਣਾ ਇਹਨਾਂ ਦਾ ਟਾਰਗੇਟ ਆ ਸਰਕਾਰ ਦਾ, ਟੂਟੀ ਕਨੈਕਸ਼ਨ ਰਾਹੀਂ। ਠੀਕ ਆ, ਤਾਂ ਟੂਟੀ ਦਾ ਪਾਣੀ 2024 ਤੱਕ 55 ਲੀਟਰ ਪ੍ਰਤੀ ਵਿਅਕਤੀ ਮਤਲਬ ਪਹੁੰਚਾਉਣ ਦਾ ਟਾਰਗੇਟ ਰੱਖਿਆ ਹੋਇਆ ਸਰਕਾਰ ਨੇ। ਤਾਂ ਇਹਦੇ 'ਚੋਂ ਗੁਜਰਾਤ ਨੇ ਤਾਂ ਕਹਿੰਦਾ ਵੀ 100% ਹਾਊਸ ਹੋਲਡ ਟੈਪ ਕਨੈਕਸ਼ਨ ਨੇ ਸਾਡੇ ਜਲ ਜੀਵਨ ਮਿਸ਼ਨ ਦੇ ਤਹਿਤ ਕੰਪਲੀਟ ਹੋ ਗਏ। ਬਾਕੀ ਦੇਹਰਾਦੂਨ ਨੇ ਹੋਸਟ ਕੀਤਾ 3 ਡੇ ਆਕਾਸ਼ ਫॉर ਲਾਈਫ, ਆਪਣਾ ਕਰੂਗਾ, ਸੌਰੀ ਕਰਿਆ ਨਹੀਂ ਹੈਗਾ, ਨਵੰਬਰ ਦੇ ਵਿੱਚ ਹੋਣਾ। ਮਿਸ਼ਨ ਗੈਪ ਰਿਪੋਰਟ 2022। ਤਾਂ ਬੱਚੇ ਦੇਖੋ ਇਹਦਾ ਟਾਈਟਲ ਕੀ ਸੀਗਾ, ਮਿਸ਼ਨ ਗੈਪ ਰਿਪੋਰਟ 2022 ਦਾ ਕਲੋਜ਼ਿੰਗ ਵਿੰਡੋ। ਤਾਂ ਇਹ ਕਿਹਦੇ ਦੁਆਰਾ ਹੁੰਦੀ ਆ, UNEP, ਬਸ ਇੰਨਾ ਕੁ ਧਿਆਨ 'ਚ ਰੱਖਣਾ, ਯੂਨਾਈਟਿਡ ਨੇਸ਼ਨ ਇਨਵਾਇਰਨਮੈਂਟ ਪ੍ਰੋਗਰਾਮ। ਤੇ ਇਹ ਵਾਲੀ ਇਹਨਾਂ ਦਾ ਕਿਹੜਾ ਐਡੀਸ਼ਨ, 13ਵਾਂ ਐਡੀਸ਼ਨ ਸੀਗਾ। ਤੇ ਟੌਪ 7 ਮੀਟਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਆਪਣਾ ਇੰਡੀਆ 20 ਆਉਂਦਾ, ਚਾਈਨਾ, ਬਾਕੀ ਯੂਰੋਪੀਅਨ ਯੂਨੀਅਨ 27, ਇੰਡੀਆ, ਇੰਡੋਨੇਸ਼ੀਆ, ਬ੍ਰਾਜ਼ੀਲ, ਰਸ਼ੀਅਨ ਫੈਡਰੇਸ਼ਨ ਐਂਡ USA। ਤਾਂ ਇਹਦਾ ਵੀ ਦੇਖ ਸਕਦੇ ਹੋ, ਅਕਾਊਂਟਡ 55% ਆਫ ਦਾ ਗਲੋਬਲ GHG ਐਮਿਸ਼ਨ ਇਨ 2020। ਬਾਕੀ ਬੱਚੇ ਜੇ G20 ਦੀ ਗੱਲ ਕਰੀਏ ਆਪਾਂ, ਜਿਹੜੇ G20 ਗਰੁੱਪ ਪੜ੍ਹਦੇ ਆ ਨਾ ਆਪਾਂ, ਜਿਵੇਂ ਮੈਂਬਰਸ ਆਰ ਰਿਸਪੋਂਸੀਬਲ ਫॉर 75% ਆਫ ਦਾ ਗਲੋਬਲ, ਤੇ ਇੰਡੀਆ ਰਿਮੇਨਸ ਫਾਰ ਬਿਲੋ ਵਰਲਡ ਐਵਰੇਜ ਐਟ 4। ਬਾਕੀ ਬੱਚੇ ਇਹਨੂੰ ਤੁਸੀਂ ਦੇਖ ਸਕਦੇ ਹੋ, ਆਹ ਚੀਜ਼ ਤੁਹਾਡੇ ਲਈ ਇੰਪੋਰਟੈਂਟ ਆ। ਅੰਡਰ ਦਾ ਪੈਰਿਸ ਐਗਰੀਮੈਂਟ 2015 ਓਨਲੀ ਰਿਡਿਊਸ ਦਾ ਪ੍ਰੋਜੈਕਟਡ ਗ੍ਰੀਨ ਹਾਊਸ ਐਮਿਸ਼ਨ ਬਾਏ 1% ਬਾਏ 2030। ਬਾਕੀ ਇੱਕ ਹੋਰ ਆਈ ਸੀ ਵਰਲਡ ਐਨਰਜੀ ਆਊਟਲੁੱਕ 2022 ਰਿਪੋਰਟ, ਤਾਂ ਇਹ IEA ਦੇ ਦੁਆਰਾ ਰਿਲੀਜ਼ ਕੀਤੀ ਜਾਂਦੀ ਆ। ਉਸ ਤੋਂ ਬਾਅਦ ਹਾਲ ਹੀ ਵਿੱਚ ਆਪਣੀ ਇੱਕ ਰਿਪੋਰਟ ਆਈ ਆ ਗਲੋਬਲ TB ਰਿਪੋਰਟ, ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਦੁਆਰਾ ਇਹ ਕੀਤੀ ਜਾਂਦੀ ਆ। ਤਾਂ ਇਹਦੇ 'ਚ ਕੀ ਆ, 4.5% ਇਨਕਰੀਜ਼ ਹੋਇਆ ਵੈਨ ਕੰਪੇਅਰਡ ਵਿਦ 2020 ਫਿਗਰਸ। ਤਾਂ ਦੇਖੋ ਬੱਚੇ ਰਿਪੋਰਟ ਇਹ 2022 'ਚ ਆਈ ਆ, ਬਟ ਇਹ ਡੇਟਾ 2021 ਦਾ ਅਤੇ ਕੰਪੇਅਰ ਕੀਤਾ ਗਿਆ 2020 ਦੇ ਡੇਟਾ ਨਾਲ। ਇਹ ਚੀਜ਼ ਨੂੰ ਧਿਆਨ 'ਚ ਰੱਖਣਾ, ਕਿਉਂਕਿ 2020 ਦੇ ਰਿਸਪੈਕਟ ਦੇ ਵਿੱਚ 4.5% ਆ ਜਿਹੜੀ ਇੱਥੇ ਇਨਕਰੀਜ਼ ਦੇਖਣ ਨੂੰ ਮਿਲੀ ਆ TB ਦੇ ਮਰੀਜ਼ਾਂ ਦੇ ਵਿੱਚ। ਉਸ ਤੋਂ ਬਿਨਾਂ ਇੱਕ ਸਕੀਮ ਸੀਗੀ, ਤੁਹਾਨੂੰ ਪਤਾ ਵੀ ਗਵਰਨਮੈਂਟ ਸਕੀਮਸ ਜਾਂ ਫਿਰ ਜਿਹੜੇ ਸਰਕਾਰ ਦੇ ਦੁਆਰਾ ਇਨੀਸ਼ੀਏਟਿਵ ਹੁੰਦੇ ਆ ਉਹ ਵੀ ਨਿਊਜ਼ ਦੇ ਵਿੱਚ ਆਉਂਦੇ ਆ, ਸੋ ਆਪਾਂ ਕਰਨੇ ਹੁੰਦੇ ਆ ਜ਼ਰੂਰੀ। ਤਾਂ ਉਡਾਨ ਸਕੀਮ ਆ, ਉੜੇ ਦੇਸ਼ ਦਾ ਆਮ ਨਾਗਰਿਕ। ਤਾਂ ਹੁਣ ਇਹਦੇ ਬਾਰੇ ਵੀ ਦੇਖੋ ਨਿਊਜ਼ ਕੀ ਆ ਬੱਚੇ, ਸੇਲ ਇੰਸਪੈਕਟ ਪੈਕਟ ਹੁੰਦਾ ਸੰਧੀ ਵਿਦ AAI ਫॉर, ਮਤਲਬ ਕਿ ਬਸ ਇੱਥੋਂ ਯਾਦ ਰੱਖੋ ਵੀ ਸੇਲ ਤੇ AAI ਨੇ ਇੱਕ ਆਪਸ ਦੇ ਵਿੱਚ ਸਮਝੌਤਾ ਕੀਤਾ ਰੁਰਕੇਲੇ ਤੇ ਇਹਦੇ ਲਈ ਮਤਲਬ ਕਿ ਇੱਕ ਇਹਨਾਂ ਦੀ ਆਹ ਠੀਕ ਆ ਉੱਥੇ ਏਅਰਪੋਰਟ ਆ, ਤਾਂ ਉਹਨੂੰ ਲੈ ਕੇ ਇਹਨਾਂ ਨੇ ਆਪਣੇ ਆਪਸ ਦੇ ਵਿੱਚ ਕੀ ਕੀਤਾ ਗਾ, ਡੀਲ ਕੀਤੀ ਆ। ਤਾਂ ਬੱਚੇ ਰਾਉਰਕੇਲਾ ਜਿਹੜੀ ਜਗ੍ਹਾ ਗਈ ਇਹ ਸੁੰਦਰਗੜ੍ਹ ਜ਼ਿਲ੍ਹੇ ਦੇ ਵਿੱਚ ਆ, ਅਤੇ ਸੁੰਦਰਗੜ੍ਹ ਉੜੀਸਾ ਦੇ ਵਿੱਚ ਆ। ਠੀਕ ਆ, ਤਾਂ ਉੱਥੇ ਇੱਕ ਇਹ ਨਗਰ ਆ। ਤਾਂ ਸਟੀਲ ਜਿਹੜਾ ਆਪਾਂ ਸੇਲ ਦੀ ਗੱਲ ਕਰ ਰਹੇ ਹਾਂ ਤਾਂ ਇਹਦੀ ਫੁੱਲ ਫਾਰਮ ਆ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਐਂਡ ਦਾ AAI ਦੀ ਏਅਰਪੋਰਟ ਅਥਾਰਟੀ ਆਫ ਇੰਡੀਆ, ਇਹਨਾਂ ਨੇ ਸਾਈਨ ਕੀਤਾ ਆਪਰੇਸ਼ਨ ਐਂਡ ਮੈਨੇਜਮੈਂਟ ਐਗਰੀਮੈਂਟ ਕਿ ਕਮਰਸ਼ੀਅਲ ਆਪਰੇਸ਼ਨ ਐਟ ਰਾਉਰਕੇਲਾ ਏਅਰਪੋਰਟ ਅੰਡਰ ਦਾ RCS ਰੀਜਨਲ ਉਡਾਨ ਸਕੀਮ ਆ ਜਿਹੜੀ। ਤਾਂ ਵੈਸੇ ਜੇ ਗੱਲ ਕਰੀਏ ਸੇਲ ਦੀ ਤਾਂ ਇਹਨੇ 2018 ਦੇ ਵਿੱਚ ਵੀ ਆਪਣਾ MOU ਸਾਈਨ ਕੀਤਾ ਹੋਇਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਫॉर ਯੂਜ਼ ਆਫ ਇਟਸ ਓਨ ਏਅਰਪੋਰਟ ਅੰਡਰ ਦਾ ਰੀਜਨਲ, ਆ ਸੀਗਾ RCS, ਇਹਦੀ ਫੁੱਲ ਫਾਰਮ ਆ ਇਹ ਰੀਜਨਲ ਕਨੈਕਟੀਵਿਟੀ ਸਕੀਮ ਉਡਾਨ ਫॉर ਆਪਰੇਸ਼ਨ ਆਫ ਕਮਰਸ਼ੀਅਲ ਫਲਾਈਟਸ। ਤਾਂ ਕਮਰਸ਼ੀਅਲ ਫਲਾਈਟਸ ਦੇ ਲਈ ਰੀਜਨਲ ਲੈਵਲ 'ਤੇ ਤਾਂ ਇਹ ਪਹਿਲਾਂ ਵੀ ਸਾਈਨ ਕਰ ਚੁੱਕੇ ਆ। ਉਡਾਨ ਦੀ ਫੁੱਲ ਫਾਰਮ ਆ ਉੜੇ ਦੇਸ਼ ਦਾ ਆਮ ਨਾਗਰਿਕ। ਇਸਦਾ ਰੀਜਨਲ ਏਅਰਪੋਰਟ ਡਿਵੈਲਪਮੈਂਟ ਹੁੰਦੀ ਹੈ, ਰੀਜਨਲ ਮਤਲਬ ਕਿ ਖੇਤਰੀ ਏਅਰਪੋਰਟ ਹੁੰਦੇ ਆ ਜਿਹੜੇ। ਤਾਂ ਰੀਜਨਲ ਕਨੈਕਟੀਵਿਟੀ ਸਕੀਮ ਆਫ ਦਾ ਯੂਨੀਅਨ ਗਵਰਨਮੈਂਟ, ਅਤੇ ਕਿਹੜੀ ਮਿਨਿਸਟਰੀ ਦੇ ਦੁਆਰਾ ਇੰਪਲੀਮੈਂਟ ਕੀਤੀ ਗਈ ਆ, ਮਿਨਿਸਟਰੀ ਆਫ ਸਿਵਲ ਐਵੀਏਸ਼ਨ। ਬਾਕੀ ਬੱਚੇ ਇਹ ਆ ਵੀ ਪ੍ਰਾਈਜ਼
ਤਾਂ ਇਹਦੇ 'ਚ ਹੁੰਦਾ ਵੀ ਜਿਹੜੇ ਤਾਂ ਮਤਲਬ ਕਿ ਟੀਅਰ 2 ਔਰ 3 ਦੇ ਵਿੱਚ ਆਉਂਦੇ ਆ ਨਾ, ਤਾਂ ਉਹਨਾਂ ਦੇ ਵਿੱਚ 2500 ਰੁਪਏ ਪ੍ਰਤੀ ਘੰਟਾ ਅਕੋਰਡਿੰਗਲੀ ਇਹ ਸਫਰ ਕੀਤਾ ਜਾਂਦਾ, ਤੈਅ ਕੀਤਾ ਹੋਇਆ। ਕੀ ਕੰਪੋਨੈਂਟ ਦੀ ਗੱਲ ਕਰੀਏ ਤਾਂ ਨੈਸ਼ਨਲ ਸਿਵਲ ਐਵੀਏਸ਼ਨ ਪਾਲਿਸੀ ਵਿਚ ਇਜ਼ ਰਿਲੀਜ਼ਡ ਬਾਈ ਦਾ ਮਿਨਿਸਟਰੀ ਆਫ ਸਿਵਲ ਐਵੀਏਸ਼ਨ 2016 ਦੇ ਵਿੱਚ ਇਹਨਾਂ ਨੇ ਇਹ ਅਨਾਊਂਸ ਕੀਤਾ ਸੀ, ਤੇ 2017 ਦੇ ਵਿੱਚ ਪਹਿਲੀ ਵਾਰੀ ਇਹ ਸਟਾਰਟ ਵੀ ਕੀਤਾ ਗਿਆ ਸੀ ਉਡਾਨ ਸਕੀਮ। ਦ ਸਕੀਮ ਇਜ਼ ਜੁਆਇੰਟਲੀ ਫੰਡਡ ਬਾਈ, ਨਾਲੇ ਤਾਂ ਕੇਂਦਰ ਸਰਕਾਰ ਦੇ ਦੁਆਰਾ ਪੈਸਾ ਲੱਗਦਾ ਔਰ ਨਾਲ ਹੀ ਇਹਦੇ ਵਿੱਚ ਫੰਡ ਕੀਤਾ ਜਾਂਦਾ ਸਟੇਟ ਗਵਰਨਮੈਂਟ ਦੇ ਦੁਆਰਾ। ਬਾਕੀ ਜਿਹੜੀ AAI ਯਾਨੀ ਕਿ ਏਅਰਪੋਰਟ ਅਥਾਰਟੀ ਆਫ ਇੰਡੀਆ, ਉਹ ਸੇਲ ਦੇ ਬਿਹਾਫ 'ਤੇ ਰਾਉਰਕੇਲਾ ਸਟੀਲ ਪਲਾਂਟ ਆ ਜਿਹੜਾ ਆਪਰੇਟ ਕਰੂਗੀ ਉਹਦੇ ਏਅਰਪੋਰਟ ਨੂੰ, ਉਹਦੇ ਬੇਸ 'ਤੇ, ਠੀਕ ਆ। ਤਾਂ ਰੀਜਨਲ ਕਨੈਕਟੀਵਿਟੀ ਸਕੀਮ ਉਡਾਨ ਅ ਫਲੈਗਸ਼ਿਪ ਪ੍ਰੋਜੈਕਟ ਆਫ ਦਾ ਸੈਂਟਰਲ ਗਵਰਨਮੈਂਟ ਲਾਂਚ ਬਾਈ ਦਾ ਸਿਵਲ ਐਵੀਏਸ਼ਨ ਮਿਨਿਸਟਰੀ। ਤਾਂ ਇਨਹਾਂਸ ਦਾ ਰੀਜਨਲ ਏਅਰ ਕਨੈਕਟੀਵਿਟੀ ਬਾਈ ਪ੍ਰੋਵਾਈਡਿੰਗ ਸਪੋਰਟ ਇਨ ਟਰਮਸ ਆਫ ਇਨਫਰਾਸਟਰਕਚਰ ਐਂਡ ਅਦਰ ਫੈਸਿਲਿਟੀ। ਬਾਕੀ ਬੱਚੇ ਉੜੀਸਾ ਦੇ ਵਿੱਚ ਹੋਣ ਜਾ ਰਿਹਾ, ਤਾਂ ਇਹਦੇ ਨਾਲ ਇਹ ਕਿਉਂ ਹੋਣ ਜਾ ਰਿਹਾ, ਕਿਉਂਕਿ 2023 ਦੇ ਵਿੱਚ ਇੱਥੇ ਜਨਵਰੀ ਦੇ ਵਿੱਚ ਮੈਨਸ ਵਰਲਡ ਫੁੱਟਬਾਲ ਆ ਜਿਹੜਾ ਤਾਂ ਆਪਣਾ ਹਾਕੀ ਦਾ ਉਹ ਹੋਣ ਜਾ ਰਿਹਾ, ਠੀਕ ਆ। ਹਾਕੀ ਮੈਨਸ ਵਰਲਡ ਕੱਪ 2023 ਕਿੱਥੇ ਹੋਣ ਜਾ ਰਿਹਾ, ਤਾਂ ਆਹ ਉਹਦੇ ਗਰੁੱਪ ਨੇ। ਪੂਲ ਏ ਦੇ ਵਿੱਚ ਕਿਹੜੀ ਕਿਹੜੀ ਕੰਟਰੀ ਨੇ, ਆਸਟ੍ਰੇਲੀਆ, ਸਾਊਥ ਅਫਰੀਕਾ, ਫਰਾਂਸ, ਅਰਜਨਟੀਨਾ। ਆਪਣਾ ਜਿਹੜਾ ਇੰਡੀਆ ਹੈਗਾ ਉਹ ਪੂਲ ਡੀ ਦੇ ਵਿੱਚ ਆਉਂਦਾ। ਬਾਕੀ ਬੱਚੇ ਇਹ 2023 ਦੇ ਇੱਥੇ ਹੋਣ ਜਾ ਰਹੇ ਨੇ, ਠੀਕ ਆ। ਤਾਂ ਇਹ ਕਿਹੜੇ ਸਟੇਡੀਅਮ ਦੇ ਵਿੱਚ ਹੋਣ ਜਾ ਰਹੇ ਆ, ਤਾਂ ਉਹਦੇ ਨਾਮ 'ਤੇ ਇੱਕ ਰਿਵੋਲਟ ਵੀ ਹੋਇਆ ਜਿਹੜਾ ਸਟੇਡੀਅਮ ਆ, ਠੀਕ ਆ। ਤਾਂ ਬੱਚੇ ਬਹੁਤ ਇੰਪੋਰਟੈਂਟ ਆ, ਤਾਂ ਉਹਦਾ ਨਾਮ ਤੁਸੀਂ ਕਮੈਂਟ ਕਰਕੇ ਦੱਸਣਾ, ਥੋੜ੍ਹੀ ਜਿਹੀ ਰਿਸਰਚ ਕਰਨੀ ਆ ਬਸ। ਤਾਂ ਇੰਡੀਅਨ ਹਾਕੀ ਟੀਮ 'ਤੇ ਇੱਥੇ ਹਾਕੀ ਬੱਚੇ ਇੱਥੇ ਰਪਿਆਈ ਸੀ, ਤੁਹਾਨੂੰ ਮੈਂ ਤਾਂ ਦੇਖਿਆ ਹੀ ਨਹੀਂ ਵੀ। ਅਤੇ ਬਿਰਸਾ ਮੁੰਡਾ ਇੰਟਰਨੈਸ਼ਨਲ ਹਾਕੀ ਸਟੇਡੀਅਮ ਇਨ ਰਾਉਰਕੇਲਾ ਜਨਵਰੀ 13, ਠੀਕ ਆ। ਤਾਂ ਇਹਨੂੰ ਤੁਸੀਂ ਧਿਆਨ 'ਚ ਰੱਖ ਸਕਦੇ ਹੋ। ਬਾਕੀ ਇਸ ਤੋਂ ਬਾਅਦ ਇੱਕ ਹੁਣ ਬੜੀ ਲਾਈਨ ਨਿਊਜ਼ ਦੇ ਵਿੱਚ ਆ, ਵਨ ਨੇਸ਼ਨ ਵਨ ਪੁਲਿਸ ਯੂਨੀਫਾਰਮ। ਤਾਂ ਚਿੰਤਨ ਸਿਵਰ ਹੋਇਆ ਸੀ ਬੱਚੇ, ਬ੍ਰੇਨ ਸਟੋਮਿੰਗ ਸੈਸ਼ਨ ਹੁੰਦਾ ਇਹ। ਚਿੰਤਨ ਸਿਵਰ ਦੀ ਗੱਲ ਕਰੀਏ ਤਾਂ ਇੱਥੇ ਆਪਣੇ ਕੇਂਦਰ ਦੇ ਹੋਮ ਮਿਨਿਸਟਰ, ਉਸ ਤੋਂ ਬਿਨਾਂ ਜਿਹੜੇ ਬਾਕੀ ਵੀ ਸਾਰੀਆਂ ਸਟੇਟਸ ਦੇ ਸੀਗੇ ਜਿਹੜੇ ਹੋਮ ਮਿਨਿਸਟਰ, ਤਾਂ ਉਹ ਵੀ ਇੱਥੇ ਸ਼ਾਮਲ ਸੀਗੇ। ਉਸ ਤੋਂ ਬਿਨਾਂ ਅਤੇ ਜਿਹੜੇ ਹੋਰ ਕਾਫੀ ਲੈਵਲ ਦੇ ਹੁੰਦੇ ਆ ਤਾਂ ਉਹ ਨੀਚੇ ਬੱਚੇ ਆਉਣਗੇ, ਤਾਂ ਤੁਹਾਨੂੰ ਉੱਥੇ ਪੜ੍ਹ ਲਿਓ ਤੁਸੀਂ ਇਹਨੂੰ। ਤਾਂ ਏਮ ਕੀ ਸੀਗਾ ਇੱਥੇ, ਪ੍ਰਪੇਅਰ ਕਰਨਾ ਐਕਸ਼ਨ ਪਲਾਨ ਟੂ ਇੰਪਲੀਮੈਂਟ ਵਿਜ਼ਨ 247, ਕਿਉਂਕਿ ਉਦੋਂ ਆਪਣੀ ਆਜ਼ਾਦੀ ਦੇ 100 ਸਾਲ ਨੇ ਜਿਹੜੇ ਪੂਰੇ ਹੋਣ ਜਾ ਰਹੇ ਆ। ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜ ਪ੍ਰਾਣ ਕਿਹਾ ਸੀਗਾ 15 ਅਗਸਤ ਦੇ ਵੇਲੇ। ਤਾਂ ਹੁਣ ਇਹ ਪੰਜ ਪ੍ਰਾਣ ਦੇ ਵਿੱਚ ਇਹ ਸੀ ਵੀ ਜਿਹੜਾ ਤਾਂ ਪਹਿਲਾ ਪ੍ਰਾਣ ਨਹੀਂ ਬੱਚੇ, ਪਰਨ। ਤਾਂ ਜਿਹੜਾ ਪਹਿਲਾ ਪ੍ਰਣ ਸੀਗਾ ਉਹਦੇ 'ਚ ਸੀਗਾ ਵਿਕਸਿਤ ਭਾਰਤ ਦਾ ਲਕਸ਼, ਅਤੇ ਦੂਸਰੇ 'ਚ ਸੀਗਾ ਗੁਲਾਮੀ ਦੇ ਹਰ ਅੰਸ਼ ਤੋਂ ਮੁਕਤੀ, ਅਤੇ ਤੀਸਰਾ ਸੀਗਾ ਸਾਨੂੰ ਆਪਣੀ ਵਿਰਾਸਤ ਦੇ ਉੱਤੇ ਗਰਵ ਕਰਨਾ, ਅਤੇ ਚੌਥਾ ਏਕਤਾ, ਅਤੇ ਪੰਜਵਾਂ ਨਾਗਰਿਕਾਂ ਦੇ ਵਿੱਚ ਕਰਤੱਵ ਦੀ ਭਾਵਨਾ ਦਾ ਹੋਣਾ। ਤਾਂ ਇਹ ਸੀਗੇ ਪੰਜ ਪ੍ਰਣ ਉਹਨਾਂ ਦੇ ਦੁਆਰਾ। ਤਾਂ ਇਹਨੂੰ ਵੀ ਧਿਆਨ 'ਚ ਰੱਖਣਾ, ਅਨਾਊਂਸ ਕੀਤੇ ਗਏ ਸੀ ਇਹ ਇੰਡੀਪੈਂਡੈਂਸ ਡੇ। ਬਾਕੀ ਬੱਚੇ ਦਾ ਫਸਟ ਐਵਰ ਚਿੰਤਨ ਸਿਵਰ ਕਿੱਥੇ ਹੋਇਆ ਸੀ, ਇਹ ਸੂਰਜਕੁੰਡ ਹਰਿਆਣਾ ਦੇ ਵਿੱਚ ਹੋਇਆ ਸੀ 27 ਅਤੇ 28 ਅਕਤੂਬਰ ਨੂੰ। ਅਤੇ ਇਹਨੂੰ ਜਿਹੜਾ ਪ੍ਰੀਸਾਈਡਡ ਕੀਤਾ ਗਿਆ ਸੀ ਉਹ ਯੂਨੀਅਨ ਹੋਮ ਮਿਨਿਸਟਰ ਦੇ ਦੁਆਰਾ ਕੀਤਾ ਗਿਆ ਸੀ। ਤਾਂ ਕਿਹੜੇ ਕਿਹੜੇ ਸ਼ਾਮਲ ਸੀਗੇ, ਹੋਮ ਸੈਕਟਰੀ, ਆਪਣੇ DGP ਆਫ ਸਟੇਟ, ਇਸ ਤੋਂ ਬਾਅਦ CAPF ਯਾਨੀ ਕਿ ਡਾਇਰੈਕਟਰ ਜਨਰਲ ਆਫ ਸੈਂਟਰਲ ਆਰਮਡ ਪੁਲਿਸ ਫੋਰਸ ਐਂਡ ਸੈਂਟਰਲ ਪੁਲਿਸ ਆਰਗੇਨਾਈਜੇਸ਼ਨ ਅਟੈਂਡਡ ਦਿਸ ਚਿੰਤਨ ਸਿਵਰ। ਤਾਂ ਇਹਨਾਂ ਨੂੰ ਅਟੈਂਡ ਉਹਨਾਂ ਦੇ ਦੁਆਰਾ ਕੀਤਾ ਗਿਆ ਸੀ। ਤਾਂ ਬੱਚੇ ਹੁਣ ਤੁਸੀਂ ਦੇਖੋਗੇ ਕਿ ਵੀ ਜਿਵੇਂ ਹੁਣ ਪੰਜਾਬ ਦੀ ਪੁਲਿਸ ਦੀ ਆਪਾਂ ਕਹਿੰਦੇ ਪੰਜਾਬ ਪੁਲਿਸ ਵਰਦੀ ਆ ਜਿਹੜੀ ਯੂਨੀਫਾਰਮ ਆ ਉਹ ਖਾਕੀ ਕਲਰ ਦੀ ਆ। ਹੋਰ ਕਾਫੀ ਸਟੇਟਸ ਨੇ ਜਿੱਥੇ ਇਹ ਯੂਨੀਫਾਰਮ ਖਾਕੀ ਕਲਰ ਦੀ ਹੁੰਦੀ ਆ। ਤਾਂ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰੀ ਜਗ੍ਹਾ 'ਤੇ ਖਾਕੀ ਹੋਣੀ ਚਾਹੀਦੀ ਆ, ਜਾਂ PM ਸਾਰੇ ਦੇਸ਼ਾਂ ਦੇ ਆਪਣੇ ਸਾਰੇ ਰਾਜਾਂ ਦੇ ਉੱਪਰ ਇਹ ਚੀਜ਼ ਨੂੰ ਇੰਪੋਜ਼ ਕਰ ਸਕਦੇ ਆ। ਬਿਕੋਜ਼ ਜਿਹੜਾ ਪੁਲਿਸ ਮੈਟਰ ਆ ਉਹ ਆਪਣੇ 7ਵੇਂ ਸ਼ਡਿਊਲ ਦੇ ਅਕੋਰਡਿੰਗ 7 ਲਿਸਟ ਆਪਣਾ 2nd ਲਿਸਟ ਦੇ ਵਿੱਚ ਆਉਂਦਾ, ਯਾਨੀ ਕਿ ਸਟੇਟ ਲਿਸਟ ਦੇ ਵਿੱਚ ਆਉਂਦਾ। ਬਾਕੀ ਜੇ ਆਪਾਂ CRPF ਦੀ ਲਾਂਚ ਕਰੀਏ ਗੱਲ ਕਰੀਏ ਤਾਂ ਇਹਨਾਂ ਦੇ ਮਿਸ਼ਨ ਨੇ ਆਪਰੇਸ਼ਨ ਆਕਟੋਪਸ, ਆਪਰੇਸ਼ਨ ਡਬਲਬਲ, ਆਪਰੇਸ਼ਨ ਥੰਡਰਸਟੋਮ, ਆਪਰੇਸ਼ਨ ਚੱਕਰਬੰਦ। ਤਾਂ ਇਹ ਬੱਚੇ ਇਹਨਾਂ ਨੇ ਜਿਹੜੇ ਮਾਓਇਸਟ ਹੁੰਦੇ ਆ ਉਹਨਾਂ ਦੇ ਨਾਲ ਨਜਿੱਠਣ ਦੇ ਲਈ ਬਣਾਏ ਹੋਏ ਸੀ। ਅਤੇ ਕਿੱਥੇ ਕਿੱਥੇ, ਬਿਹਾਰ, ਝਾਰਖੰਡ ਔਰ ਛੱਤੀਸਗੜ੍ਹ, ਇੱਥੇ ਇਹ ਲਾਂਚ ਕੀਤੇ ਗਏ ਸੀ। ਉਸ ਤੋਂ ਬਿਨਾਂ ਇਹ ਮਤਲਬ ਕਿ ਆਪਣੇ ਮੋਦੀ ਨੇ ਸਿਰਫ ਹਜੇ ਜਿਹੜੇ ਮੋਦੀ ਨੇ ਆਪਣੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਦੁਆਰਾ ਹਜੇ ਇਹ ਗੱਲ ਦਾ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਦੇ ਪ੍ਰਸਤਾਵ ਹੀ ਰੱਖਿਆ, ਉਹਨਾਂ ਨੇ ਕਿਹਾ ਵੀ ਵਿਚਾਰ ਰੱਖਿਆ ਆਪਣਾ, ਠੀਕ ਆ। ਤਾਂ ਜਿਵੇਂ ਕਿ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰ ਦੁਆਰਾ ਅਨਾਊਂਸ ਕੀਤਾ ਗਿਆ ਸੀ ਵਨ ਨੇਸ਼ਨ ਵਨ ਫਰਟੀਲਾਈਜ਼ਰ ਸਕੀਮ, ਔਰ ਗਵਰਨਮੈਂਟ ਆਫ ਇੰਡੀਆ ਅਗਸਤ 2019 ਦੇ ਵਿੱਚ ਇਹਨਾਂ ਨੇ ਇੰਟਰੋਡਿਊਸ ਕੀਤਾ ਸੀ ਵਨ ਨੇਸ਼ਨ ਵਨ ਰਾਸ਼ਨ ਕਾਰਡ। ਹੋਰ ਏਰੀਆ ਇਨਕਲੂਡ ਜਿਵੇਂ ਵਨ ਨੇਸ਼ਨ ਵਨ ਮੋਬਿਲਿਟੀ ਕਾਰਡ,
वन नेशन वन ग्रिड और वन नेशन वन साइन लैंगुएज। तो इस तरह उन्होंने ये भी कहा सीगा वन नेशन वन इलैक्शन। तो बच्चे ये थोड़ा जिहा मतलब कि पॉसीबल औखा ही है होना। तो नैक्सट 25 ईयर विल बी फॉर द क्रिएशन ऑफ द अमृत PD। तो ये तुसीं इन्नियां बस पब्लिक ऑर्डर एंड पुलिस आ जिहड़ा वो लिस्ट 2 दे विच आउंदा। किहड़ा शेड्यूल 7वां शेड्यूल। तो ये कितनियां लिस्टां ने 3 लिस्टां ने। पहली यूनियन लिस्ट, दूसरी स्टेट और तीसरी कॉन्करेंट। जिहड़ी तो यूनियन आ ये सिर्फ केंद्र सरकार लॉ बना सकती है, जिहड़े स्टेट च आ ये सिर्फ राज सरकार, कॉन्करेंट दे विच दोवें बना सकते हैं। डन। उस तो बाद बच्चे एक MCQ आ। तो इनू तुसीं देखो MPC मॉनिटरी पॉलिसी कमेटी के रिगार्डिंग आ 2017 दे विच प्री दे विच क्वेश्चन आया होया। तो 3 स्टेटमेंट ने। तो इत्थों तुसीं इन्हां नूं देखना। उस तो बाद न्यूज़ देखते आपां। RBI शेड्यूल एडिशनल MPC मीटिंग ऑन नवंबर 3। तो 3 नवंबर नूं एक एडिशनल मीटिंग रखी जा रही है। तो बच्चे का कारण हुण ये सीगा क्योंकि स्पैशल या एडिशनल मीटिंग जिहड़ी बुलाई जा रही है क्योंकि RBI फेल कर गई मेनटेन करने दे लई CPI। तो हुण CPI की हुंदा कंज्यूमर प्राइस इंडैक्स हुंदा। ते जिन्हां नूं RBI दी मॉनिटरी पॉलिसी कमेटी ने तुसीं ऐ कह सकते हो 4 + -2 जानी कि 2 तो नीचे नहीं होण देना ते 6 तो उपर नहीं टप्पण देना। तो इत्थे बैंड दे विचाले विचाले रखना हुंदा है। तां करके इहदे नाल प्लस माइनस लगदा हुंदा इत्थे। ठीक आ। तो इन्नी क जिहड़ी इन्फ्लेशन रखनी हुंदी है टारगेट हुंदा इन्हां दा। तो ये तो उपर जे चल जे तां भी मतलब कि ज़्यादा आ गई, जे घट जे तां भी इन्हां लई पंगा हुंदा। सो इनू मेनटेन करके चलना हुंदा। तो जनवरी तो लैके सितंबर तक 9 महीनों के विच इनू मतलब मेनटेन नहीं हो सकी ये बड़ी चीज़। तो उहदे करके जिहड़ी MPC की मीटिंग सद्दी गई है दोबारा तो वह बुलाई जा रही है। चलो बच्चे पहला तुसीं इहदे फैक्ट देख लो जिन्ने क अपने कोल इत्थे पॉसीबल ने, उस तो बाद आपां तुहानूं करवाउने आ। तो देखो बच्चे पहला MPC हुंदी की आ। तो एक अरजित पटेल कमेटी बनी सी। अरजित पटेल कमेटी बनी सी 2014 दे विच। ठीक आ। तो इन्हां ने कहा कि 6 मैंबरी कमेटी होनी चाहिए आ, यानी कि जिहदा नाम MPC मॉनिटरी पॉलिसी कमेटी होगा। तो ये की करूगी। ठीक आ। तो पॉलिसी रेट या फिर जिवें अपना रैपो रेट आदि ने तो इन्हों ये देखूगे। ठीक आ। तो इनू जिहड़ी ये MPC कमेटी होगी इन्हों नाम दिता गया स्टैचुरी बॉडी का। क्यों? बिकॉज RBI एक्ट 1934 के अकॉर्डिंगली। ठीक आ। तो बच्चे होप सो इन्नी चीज़ तुहानूं क्लीयर हो गई होगी भी जिहड़ी ये कमेटी आ भी ये किहदे द्वारा सजैसट की गई सी। उरजित पटेल कमेटी 2014 दे विच बनी सी। इहने कहा सी कि एक 6 मैंबरी कमेटी होनी चाहिए आ। डन। तो फिर केंद्र सरकार ने ऑफिशियल गैजेट दे विच अगस्त 5 2016 नूं कहा सीगा ये भी साडा जिहड़ा टारगेट आ टारगेट 4 ± 2% एवें करके। ठीक है। तो इन्ना रहूगा अगस्त 5 2016 तो लैके मार्च 31 2021 तक। तो ये इन्हों ने उदों मतलब कि अपना गैजेट दे विच कहा सीगा जिहड़ा इन्होंने अपनी सरकार के द्वारा आया सीगा। तो बच्चे ये जिहड़ा CPI हुंदा मेजर करदा वेटेज एवरेज प्राइस ऑफ अ बास्टिक ऑफ कंज्यूमर गुड्स होंदियां ने जिहड़ियां जां सर्विस होंदियां ने जिवें मैडिकल फूड ट्रांसपोर्टेशन ते सारियां चीज़ां दी एक एवरेज कढ़दा हुंदा मेजर करदा उहनूं। तां उहदे करके CPI एक इंडैक्स जिहड़ा साडे लई ओह जरूरी हुंदा गा। क्लीयर। हुण देखदे आपां जिहड़ी ये कमेटी बनी आ इहदी कंपोजिशन की आ। आपां नूं पता लग गया कि 6 मैंबर हुंदे आ। तां बच्चे देखो इहदे च इनकलूडिंग चेयरमैन ये नहीं हैगा भी 6 मैंबर ने एक चेयरमैन अलग तो होऊगा। तो 6 दे विच ही आ जांदा जिहड़ा चेयरमैन भी होऊगा। 3 तो हुंदे ऑफिशियल RBI दे, 3 नॉमीनेट करती है गवर्नमेंट ऑफ इंडिया। ठीक है। तो जिहड़ा इहदा होऊगा चेयरमैन
ਉਹ RBI ਦਾ ਗਵਰਨਰ ਹੋਊਗਾ। ਚੇਅਰਮੈਨ ਕੌਣ ਹੁੰਦਾ? RBI ਦਾ ਗਵਰਨਰ ਹੁੰਦਾ। ਤਾਂ ਇਹ ਹੁੰਦਾ ਐਕਸ ਓਫੀਸ਼ੀਓ। ਹੁਣ ਜਿਹੜੇ ਬੱਚਿਆਂ ਨੇ ਪਹਿਲਾਂ ਦੇਖਦੇ ਆ ਵੀਡੀਓਜ਼ ਜਾਂ ਤਿਆਰੀ ਕਰ ਰਹੇ ਆ ਉਹਨਾਂ ਨੂੰ ਤਾਂ ਪਤਾ ਵੀ ਐਕਸ ਓਫੀਸ਼ੀਓ ਕੀ ਹੁੰਦਾ। ਤਾਂ ਜਿਹੜੇ ਬੱਚੇ ਨਵੇਂ ਆ ਉਹਨਾਂ ਦੇ ਲਈ ਐਕਸ ਓਫੀਸ਼ੀਓ ਉਹ ਹੁੰਦਾ ਜਿਹੜਾ ਆਪਣੇ ਅਹੁਦੇ ਦੇ ਨਾਲ ਕਿਸੇ ਹੋਰ ਅਹੁਦੇ ਨੂੰ ਸੰਭਾਲਦਾ। ਜਿਵੇਂ ਕਿ ਹੁਣ RBI ਦਾ ਗਵਰਨਰ ਤਾਂ ਪਹਿਲਾਂ ਹੀ ਹੈਗਾ ਨਾ, ਤਾਂ ਉਹ ਤੋਂ ਬਿਨਾਂ ਇੱਕ ਕਮੇਟੀ ਦਾ ਚੇਅਰਮੈਨ ਵੀ ਬਣ ਰਿਹਾ। ਸੋ ਦੈਟਸ ਵਾਈ ਐਕਸ ਓਫੀਸ਼ੀਓ ਕਿਹਾ ਗਿਆ ਇਹਨਾਂ ਨੂੰ, ਠੀਕ ਆ। ਤਾਂ ਚੇਅਰਮੈਨ ਹੋ ਗਿਆ। ਤੇ ਜਿਹੜੀ ਸਰਕਾਰ ਨੇ ਮਤਲਬ ਕਿ ਭੇਜਣੀ ਹੁੰਦੀ ਹੈ, ਸਰਕਾਰ ਭੇਜਦੀ ਆ ਜਿਹੜੇ ਮੈਂਬਰਾਂ ਨੂੰ। ਆਹ 3 ਮੈਂਬਰ ਨੇ ਜਿਹੜੇ ਸਰਕਾਰ ਦੇ ਦੁਆਰਾ ਇੱਥੇ ਨੋਮੀਨੇਟ ਕੀਤੇ ਗਏ ਨੇ। ਤਾਂ ਇਹ 4 ਸਾਲ ਲਈ ਚੁਣੇ ਜਾਂਦੇ ਆ। ਬੱਚੇ ਇਹ ਪੁਆਇੰਟ ਤੁਹਾਨੂੰ UPSC ਪ੍ਰੀਲਿਮਸ ਦੇ ਵਿੱਚ ਦੇਖਣ ਨੂੰ ਮਿਲਣਗੇ ਜਿੱਥੇ ਸਟੇਟਮੈਂਟ ਬਣਦੀਆਂ ਨੇ। ਤਾਂ ਇਹ 4 ਸਾਲ ਦੇ ਲਈ ਚੁਣੇ ਜਾਂਦੇ ਨੇ ਔਰ ਇਹ ਜਦੋਂ ਉਦੋਂ ਸਟਾਰਟ ਹੋ ਜਾਂਦਾ ਜਦੋਂ ਇਹਨਾਂ ਨੂੰ ਚੁਣੇ ਜਾਂਦੇ ਆ, ਠੀਕ ਆ। ਔਰ ਇਹ ਦੁਬਾਰਾ ਐਲੀਜੀਬਲ ਨਹੀਂ ਹੁੰਦੇ, ਰੀਅਪੁਆਇੰਟ ਦੇ ਲਈ ਇਹ ਐਲੀਜੀਬਲ ਨਹੀਂ ਹੁੰਦੇ ਜਿਹੜੇ ਸਰਕਾਰ ਕਰਦੀ ਆ। ਹੁਣ ਜੇ ਆਪਾਂ ਗੱਲ ਕਰੀਏ ਇਹਨਾਂ ਦੀਆਂ ਮੀਟਿੰਗਸ ਦੀ, ਠੀਕ ਆ। ਤਾਂ ਬੱਚੇ ਮੀਟਿੰਗ ਹੁੰਦੀ ਆ ਵੀ ਇਹਨਾਂ ਦੀ ਹਰ 3 ਮਹੀਨੇ ਬਾਅਦ, ਹਰ 3 ਮਹੀਨੇ ਬਾਅਦ, ਯਾਨੀ ਕਿ ਐਟਲੀਸਟ 4 ਮੀਟਿੰਗਾਂ ਪਰ ਈਅਰ ਸਾਲਾਨਾ ਹੋਣੀਆਂ ਚਾਹੀਦੀਆਂ ਹੁੰਦੀਆਂ ਨੇ ਜਿੱਥੇ ਇਹਨਾਂ ਦੇ ਦੁਆਰਾ ਡਿਸਕਸ ਕੀਤੀ ਜਾਂਦੀ ਆ। ਤੇ ਇਹਨਾਂ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਆ ਉੱਥੇ ਚੱਲਦਾ ਵੋਟਿੰਗ ਸਿਸਟਮ। ਹੁਣ ਜਦੋਂ ਵੋਟ ਆ ਤਾਂ ਵੋਟ ਬੱਚੇ ਦੇਖੋ ਚੇਅਰਮੈਨ ਇੱਕ ਲੱਗ ਰਹਿ ਗਿਆ, ਉਹ ਤੋਂ ਬਿਨਾਂ 2 ਤੇ 2 4, ਇੱਕ ਪਾਸੇ ਜੇ 3 ਹੋ ਗਏ ਇੱਕ ਪਾਸੇ 2, ਵੈਸੇ ਤਾਂ ਜਿੱਤੀ ਜਾਂਦੇ ਆ ਪਰ ਬਾਈ ਚਾਂਸ ਕਈ ਵਾਰੀ ਕੋਈ ਇੱਕ ਐਬਸਟੇਨ ਹੋ ਜੇ ਜਾਂ ਫਿਰ ਵੋਟ ਟਾਈ ਕਰ ਜੇ ਤਾਂ ਉਦੋਂ ਫਿਰ ਇਹਨਾਂ ਦੀ ਜਿਹੜੀ ਕਾਸਟਿੰਗ ਵੋਟ ਗਿਣੀ ਜਾਂਦੀ ਆ ਉਹ ਕਿਹਦੀ ਹੁੰਦੀ ਆ? ਚੇਅਰਮੈਨ ਦੀ, ਠੀਕ ਆ। ਉਦੋਂ ਚੇਅਰਮੈਨ ਦੀ ਵੋਟ ਕਿਹੜੀ ਹੁੰਦੀ ਆ? ਕਾਸਟਿੰਗ ਵੋਟ ਹੁੰਦੀ ਆ। ਬਾਕੀ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਜਦੋਂ ਇਹ 2016 ਤੋਂ ਲੈ ਕੇ ਬਣੀ ਆ, ਠੀਕ ਆ, ਕਮੇਟੀ ਬੱਚੇ 14 'ਚ ਬਣੀ ਸੀਗੀ ਤੇ ਇਹ ਬਣੀ ਸੀ 2016 ਦੇ ਵਿੱਚ ਮੋਨਟਰੀ ਪਾਲਿਸੀ ਕਮੇਟੀ। ਤਾਂ ਜਦੋਂ ਇਹ ਬਣੀ ਆ ਤਾਂ ਪਹਿਲੀ ਵਾਰ ਹੋਇਆ ਕਿ ਫਸਟ ਟਾਈਮ ਇਹਦੀ ਕੋਈ ਸਪੈਸ਼ਲ ਮੀਟਿੰਗ ਬੁਲਾਈ ਗਈ ਹੋਵੇ। ਆਲਰੇਡੀ ਇਹ ਮਿਲ ਚੁੱਕੀ ਸੀ ਅਪ੍ਰੈਲ, ਜੂਨ, ਅਗਸਤ ਔਰ ਸੈਪਟੰਬਰ 2022 ਦੇ ਵਿੱਚ, ਠੀਕ ਆ। ਆਪਦੀਆਂ 4 ਮੀਟਿੰਗਾਂ ਪੂਰੀਆਂ ਕਰ ਚੁੱਕੀ ਆ। ਤਾਂ ਹੁਣ RBI ਐਕਟ 1934 ਦੀ ਗੱਲ ਕਰੀਏ ਤਾਂ ਇਹਨੂੰ ਤੁਸੀਂ ਨੋਟ ਕਰ ਲਿਆ ਹੋ। ਤਾਂ ਇਹਦਾ ਜਿਹੜਾ ਸੈਕਸ਼ਨ 45ZN ਆ, ਠੀਕ ਆ, ਇਹ ਕਹਿੰਦਾ ਕੀ ਕਹਿੰਦਾ? ਇਹ ਫੇਲੀਅਰ ਟੂ ਮੇਨਟੇਨ ਦਾ ਇਨਫਲੇਸ਼ਨ ਟਾਰਗੇਟ, ਜਿੰਨਾ ਇਹਨਾਂ ਨੇ ਟਾਰਗੇਟ ਮਤਲਬ ਕਿ ±2% ਦੇ ਹਿਸਾਬ ਨਾਲ ਰੱਖਿਆ ਹੋਇਆ ਨਾ ਐਵੇਂ, ਤਾਂ ਜੇ ਉਹਨੂੰ ਫੇਲ ਕਰ ਜੇ ਤਾਂ ਉਦੋਂ ਇਹਦੇ 'ਚ ਕਿਹਾ ਗਿਆ ਕਿ ਜੇ RBI ਫੇਲ ਹੋਵੇ ਇਨਫਲੇਸ਼ਨ ਟਾਰਗੇਟ ਨੂੰ ਮੀਟ ਕਰਨ ਦੇ ਲਈ ਤਾਂ ਸਰਕਾਰ ਨੂੰ ਰਿਪੋਰਟ ਪੇਸ਼ ਕਰਨੀ ਪਊਗੀ ਤੇ ਐਕਸਪਲੇਨ ਕਰਨਾ ਪਊਗਾ ਇਹਨੂੰ, ਠੀਕ ਆ, RBI ਨੂੰ, ਤੇ ਦੱਸਣਾ ਹੁੰਦਾ ਕਿ ਕਦੋਂ ਤੱਕ ਇਹਨੂੰ ਠੀਕ ਕਰ ਲਾਂਗੇ ਤੇ ਕਿਵੇਂ ਅਸੀਂ ਇਹਨੂੰ ਅਚੀਵ ਕਰ ਲਾਂਗੇ। ਹਾਲਾਂਕਿ MPC ਆ ਜਿਹੜੀ ਉਹ ਜ਼ਿੰਮੇਵਾਰ ਹੁੰਦੀ ਆ ਪਰ ਇਨਫਲੇਸ਼ਨ ਟਾਰਗੇਟ ਨੂੰ ਮੇਨਟੇਨ ਕਰਨ ਦੇ ਲਈ ਜਿਹੜੀ ਰਿਪੋਰਟ ਆ ਉਹ RBI ਦੁਆਰਾ ਹੀ ਲਿਖੀ ਜਾਂਦੀ ਆ। ਸੋ ਬੱਚੇ ਹੋਪਸੋ ਤੁਹਾਨੂੰ ਇਹ ਵਾਲੇ ਪੁਆਇੰਟ ਕਲੀਅਰ ਹੋ ਗਏ ਹੋਣਗੇ। ਤਾਂ ਤੁਸੀਂ ਇੱਥੋਂ ਇਹਨਾਂ ਦੇ ਫੈਕਟ ਨੇ ਜਿਹੜੇ ਉਹ ਦੇਖ ਸਕਦੇ ਹੋ। ਅਦਰਵਾਈਜ਼ ਇਹਦੇ ਬੱਚੇ ਇੱਕ ਆਉਂਦਾ ਤੁਹਾਨੂੰ ਇਹਦੇ ਇੰਸਟਰੂਮੈਂਟ ਕਿਹੜੇ ਹੁੰਦੇ ਆ, ਇਹ ਵੀ UPSC ਦੇ ਦੁਆਰਾ ਪੁੱਛਿਆ ਗਿਆ ਸੀ ਕਿ ਇਹਦੇ 'ਚ ਆਪਣੇ ਕਿਹੜੇ ਕਿਹੜੇ ਹੁੰਦੇ ਆ। ਰੈਪੋ ਰੇਟ ਹੁੰਦਾ, ਰਿਵਰਸ ਰੈਪੋ ਰੇਟ ਹੁੰਦਾ, CRR ਕੈਸ਼ ਰਿਜ਼ਰਵ ਰੇਸ਼ੋ, SLR ਹੁੰਦਾ ਇਹਦੇ 'ਚ ਸਟੈਚੂਰੀ ਲਿਕੁਇਡਿਟੀ ਰੇਸ਼ੋ, ਓਪਨ ਮਾਰਕੀਟ ਆਪਰੇਸ਼ਨ, ਮਾਰਕੀਟ ਸਟੈਬਲਾਈਜੇਸ਼ਨ ਸਕੀਮ, ਉਸ ਤੋਂ ਬਿਨਾਂ LAF ਯਾਨੀ ਕਿ ਲਿਕੁਇਡਿਟੀ ਐਡਜਸਟਮੈਂਟ ਫੈਕਲਟੀ। ਇਸ ਤੋਂ ਬਾਅਦ MSF ਹੁੰਦਾ ਮਾਰਜਨਲ ਸਟੈਂਡਿੰਗ ਫੈਕਲਟੀ, ਕੋਰੀਡੋਰ, ਬੈਂਕ ਰੇਟ। ਤਾਂ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਹਦੇ ਇੰਸਟਰੂਮੈਂਟ ਦੇ ਵਿੱਚ ਆਉਂਦੀਆਂ ਨੇ। ਤਾਂ ਹੁਣ ਬੱਚੇ ਜਿਹੜਾ ਆਪਣਾ MCQ ਸੀ ਆਪਾਂ ਉਹਨੂੰ ਦੇਖ ਲਈਏ। ਦੇਖੋ ਇੱਕ ਮਿੰਟ ਬੱਚੇ, ਇੱਥੇ ਦੇਖੋ। ਤਾਂ ਹੁਣ ਇਹਦੇ ਵਿੱਚੋਂ ਦੇਖ ਕੇ ਤੁਹਾਨੂੰ ਕੀ ਕਲੀਅਰ ਹੋ ਸਕਦਾ? ਪਹਿਲਾਂ ਤਾਂ ਇਹਨਾਂ ਨੇ ਕੀ ਦੇਖਣਾ ਤੁਸੀਂ ਵੀ ਇਹਨਾਂ ਦੇ ਵਿੱਚੋਂ ਕਰੈਕਟ ਕਿਹੜਾ ਸੀ, ਠੀਕ ਆ। ਤਾਂ ਦੇਖੋ ਫੰਕਸ਼ਨ ਅੰਡਰ ਦਾ ਚੇਅਰਮੈਨਸ਼ਿਪ ਆਫ ਦਾ ਯੂਨੀਅਨ ਫਾਈਨਾਂਸ ਮਿਨਿਸਟਰ। ਪਹਿਲਾਂ ਤਾਂ ਤੀਸਰੀ ਸਟੇਟਮੈਂਟ ਗਲਤ ਹੋ ਗਈ, ਜਿੱਥੇ ਤੁਹਾਨੂੰ ਤੀਸਰਾ ਮਿਲਦਾ ਉਹਨਾਂ ਨੂੰ ਐਲੀਮੀਨੇਟ ਕਰ ਦਿਓ, ਉਹ ਤਾਂ ਕੱਟੇ ਗਏ।
ਤਾਂ ਹੁਣ ਦੂਸਰਾ ਇਹ 12 ਮੈਂਬਰੀ ਬੋਡੀ ਆ, ਨਹੀਂ ਆਪਾਂ ਕਿਹਾ ਵੀ ਇਹ 6 ਮੈਂਬਰ ਬੋਡੀ ਹੁੰਦੀ ਆ, ਠੀਕ ਆ। ਸੋ ਦੂਸਰਾ B ਗਲਤ ਹੋ ਗਿਆ, ਤਾਂ ਆਟੋਮੈਟਿਕਲੀ ਪਹਿਲੀ ਆਪਸ਼ਨ ਇਹਦੀ ਕਰੈਕਟ ਹੋ ਜਾਣੀ ਸੀ। ਤਾਂ ਜਿਹਨੇ ਇੰਨਾ ਕੁ ਵੀ ਧਿਆਨ ਦੇ ਨਾਲ ਸੁਣਿਆ ਉਹ ਈਜ਼ਲੀ ਇਸ ਕੁਐਸਚਨ ਨੂੰ ਟਿਕ ਕਰ ਸਕਦਾ ਸੀ। ਤਾਂ ਬੱਚੇ ਐਵੇਂ ਦੇ ਕੁਐਸਚਨ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਵੀ ਕਰਵਾਉਂਦੇ ਰਹਾਂਗੇ। ਤਾਂ ਇਹ ਇੰਪੋਰਟੈਂਟ ਸੀਗੇ ਬੱਚੇ, ਕਿਉਂਕਿ ਆਪਾਂ ਜਿਹੜਾ ਵੀ ਟੌਪਿਕ ਕਰਨਾ ਹੁੰਦਾ ਬੱਚੇ ਉਹਨੂੰ ਐਕਸਪਲੇਨ ਕਰਕੇ ਹੀ ਕਰਨਾ ਹੁੰਦਾ, ਬਿਕੋਜ਼ PPSC ਆ ਚਾਹੇ ਫਿਰ UPSC ਆ, ਕਿਉਂਕਿ ਇਹਨਾਂ ਦੇ ਵਿੱਚ ਤਾਂ ਸਟੇਟਮੈਂਟ ਵਾਲੇ ਕੁਐਸਚਨ ਹੀ ਦੇਖਣ ਨੂੰ ਮਿਲਦੇ ਆ। ਸੋ ਤਾਂ ਕਰਕੇ ਆਪਾਂ ਥੋੜ੍ਹਾ ਜਿਹਾ ਐਲੈਬੋਰੇਟ ਕਰਕੇ ਕਰਦੇ ਹਾਂ ਬੜੀ ਚੀਜ਼ ਨੂੰ। ਤਾਂ ਬੱਚੇ ਅਗਰ ਵੀਡੀਓ ਚੰਗੀ ਲੱਗੀ ਦੈਨ ਲਾਈਕ ਜ਼ਰੂਰ ਕਰਿਓ, ਔਰ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਔਰ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਔਨ ਵੀ ਜ਼ਰੂਰ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਥੈਂਕ ਯੂ, ਮਿਲਦੇ ਹਾਂ ਅਗਲੀ ਵੀਡੀਓ ਵਿੱਚ।